हेलो स्टूडेंट्स, हाउ आर यू। ਅੱਜ ਅਸੀਂ ਕਰਨ ਜਾ ਰਹੇ ਹਾਂ ਲੈਸਨ 8th ਵਾਟਰ ਅ ਟਰੂ ਐਲੈਕਸੀਅਰ। ਪਾਣੀ ਇੱਕ ਸੱਚਾ ਅੰਮ੍ਰਿਤ। ਵਾਟਰ ਇਜ਼ ਵਨ ਆਫ ਦ ਮੋਸਟ ਇੰਪੋਰਟੈਂਟ ਗਿਫਟਸ ਆਫ ਨੇਚਰ ਟੂ ਮੈਨ ਕਿ ਕੁਦਰਤ ਦੁਆਰਾ ਦਿੱਤੇ ਗਏ ਮਹੱਤਵਪੂਰਨ ਤੋਹਫਿਆਂ ਦੇ ਵਿੱਚੋਂ ਪਾਣੀ ਇੱਕ ਮਹੱਤਵਪੂਰਨ ਤੋਹਫਾ ਹੈ। इट इज़ एन essential टू लाइफ एज एयर कि जिंदगी वास्ते जिन्नी हवा महत्वपूर्ण है ज़रूरी है उतना ही पानी भी ज़रूरी है। लाइफ इज़ नॉट पॉसिबल विदाउट एयर और वाटर। जिंदगी हवा अते पानी तो बिना संभव नहीं है। But with the advance of civilization, it sometimes goes unnoticed that air and water, the two lifelines of this universe, are being polluted every day। ਪਰ ਸਭਿਅਤਾ ਦੇ ਵਿਕਾਸ ਦੇ ਨਾਲ ਇਹ ਬ੍ਰਹਿਮੰਡ ਦੀਆਂ ਦੋ ਮਹੱਤਵਪੂਰਨ ਜੀਵਨ ਰੇਖਾਵਾਂ ਭਾਵ ਹਵਾ ਅਤੇ ਪਾਣੀ ਕਈ ਵਾਰ ਅਣਗੌਲੀਆਂ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਇਹ ਰੋਜ਼ ਹੀ ਦੂਸ਼ਿਤ ਹੋ ਰਹੀਆਂ ਹਨ। A day might come when this level of pollution increases so much that life becomes impossible। ਕਿ ਉਹ ਦਿਨ ਜ਼ਰੂਰ ਆਵੇਗਾ ਕਿ ਜਦੋਂ ਪ੍ਰਦੂਸ਼ਣ ਦਾ ਇਹ ਸਤਰ ਬਹੁਤ ਵੱਧ ਜਾਏਗਾ ਅਤੇ ਜ਼ਿੰਦਗੀ ਲਗਭਗ ਅਸੰਭਵ ਹੀ ਹੋ ਜਾਏਗੀ। In that situation, ਉਸ ਹਾਲਾਤ ਵਿੱਚ air would become too toxic to be breathed in and water would become poisonous। ਹਵਾ ਇੰਨੀ ਜ਼ਿਆਦਾ ਜ਼ਹਿਰੀਲੀ ਹੋ ਜਾਏਗੀ ਕਿ ਇਸ ਵਿੱਚ ਸਾਹ ਨਹੀਂ ਲਿਆ ਜਾਏਗਾ ਅਤੇ ਪਾਣੀ ਵੀ ਜ਼ਹਿਰੀਲਾ ਹੋ ਜਾਏਗਾ। Are we not thus robbing or disinheriting our future generations from their legitimate right to live? ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਨ੍ਹਾਂ ਦਾ ਅਧਿਕਾਰ ਹੈ ਕਿ ਉਹ ਵੀ ਸਾਫ਼ ਹਵਾ ਅਤੇ ਪਾਣੀ ਵਰਤ ਸਕਣ, ਕਿ ਅਸੀਂ ਮੌਜੂਦਾ ਸਮੇਂ ਦੇ ਵਿੱਚ ਹਵਾ ਅਤੇ ਪਾਣੀ ਨੂੰ ਦੂਸ਼ਿਤ ਕਰਕੇ ਉਹਨਾਂ ਦੇ ਇਸ ਅਧਿਕਾਰ ਤੋਂ ਉਹਨਾਂ ਨੂੰ ਵੰਚਿਤ ਨਹੀਂ ਕਰ ਰਹੇ, ਕਿ ਉਹਨਾਂ ਤੋਂ ਅਸੀਂ ਇਹ ਅਧਿਕਾਰ ਨਹੀਂ ਖੋ ਰਹੇ। We must set things right before it is too late। ਇਸ ਤੋਂ ਪਹਿਲਾਂ ਕਿ ਬਹੁਤ ਜ਼ਿਆਦਾ ਦੇਰ ਹੋ ਜਾਏ ਸਾਨੂੰ ਇਹ ਸਾਰੀਆਂ ਚੀਜ਼ਾਂ ਸਹੀ ਕਰ ਦੇਣੀਆਂ ਚਾਹੀਦੀਆਂ ਹਨ। If the present generation does not read the writing on the walls, ਜੇ ਮੌਜੂਦਾ ਪੀੜ੍ਹੀ ਦੀਵਾਰਾਂ ਤੇ ਲਿਖੀਆਂ ਹੋਈਆਂ ਲਿਖਤਾਂ ਨੂੰ ਨਹੀਂ ਪੜ੍ਹਦੀ, it would be willfully closing its eyes and pushing the future of mankind into jeopardy and extinction। ਤਾਂ ਉਹ ਜਾਣ ਬੁੱਝ ਕੇ ਆਪਣੀਆਂ ਅੱਖਾਂ ਬੰਦ ਕਰ ਰਹੀ ਹੈ ਅਤੇ ਮਨੁੱਖਤਾ ਦੇ ਭਵਿੱਖ ਨੂੰ ਸੰਕਟ ਅਤੇ ਪਤਨ ਦੇ ਵਿੱਚ ਧਕੇਲ ਰਹੀ ਹੈ। The author, Dr. D.V. Jindal, is a senior lecturer, PES, retired from SCD Government College, Ludhiana। ਲੇਖਕ ਡਾਕਟਰ ਡੀ.ਵੀ. ਜਿੰਦਲ ਜੋ ਕਿ ਇੱਕ ਸੀਨੀਅਰ ਲੈਕਚਰਰ PES ਹਨ, SCD ਗਵਰਨਮੈਂਟ ਕਾਲਜ ਲੁਧਿਆਣਾ ਤੋਂ ਰਿਟਾਇਰ ਹੋਏ ਹਨ। Having been a member of various academic bodies at various levels, ਕਈ ਸਾਰੀਆਂ ਸਿੱਖਿਅਕ ਸੰਸਥਾਵਾਂ ਦੇ ਮੈਂਬਰ ਹੁੰਦੇ ਹੋਏ he is presently a member of the external faculty English and foreign languages University Hyderabad। ਵਰਤਮਾਨ ਸਮੇਂ ਉਹ external faculty English and foreign language University Hyderabad ਦੇ ਸਦੱਸਿਆ ਹਨ, ਮੈਂਬਰ ਹਨ। PhD in phonetics from ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਉਹਨਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ PhD ਕੀਤੀ ਹੈ phonetics ਵਿੱਚ। He is an author of several books on language and literature। ਉਹ ਲੇਖਕ ਹਨ ਕਈ ਕਿਤਾਬਾਂ ਦੇ ਜੋ ਉਹਨਾਂ ਨੇ ਭਾਸ਼ਾ ਅਤੇ ਸਾਹਿਤ ਉੱਤੇ ਲਿਖੀਆਂ ਹਨ। Okay, let's start the lesson। Water covers about 75% of our planet। ਸਾਡੇ ਗ੍ਰਹਿ ਦਾ 75% ਹਿੱਸਾ ਪਾਣੀ ਨੇ ਘੇਰਿਆ ਹੋਇਆ ਹੈ। So it appears plentiful। ਇਸ ਕਰਕੇ ਲੱਗਦਾ ਹੈ ਕਿ ਪਾਣੀ ਬਹੁਤ ਜ਼ਿਆਦਾ ਹੈ। However, 97% of that water is salty ocean water which we cannot drink। ਹਾਲਾਂਕਿ ਇਸ ਸਾਰੇ ਪਾਣੀ ਵਿੱਚੋਂ 97% ਪਾਣੀ ਤਾਂ ਸਮੁੰਦਰ ਦਾ ਖਾਰਾ ਪਾਣੀ ਹੈ ਜਿਸ ਨੂੰ ਅਸੀਂ ਪੀ ਨਹੀਂ ਸਕਦੇ। Of the 3% that is fresh water। ਤੇ ਉਸ ਸਾਰੇ ਪਾਣੀ ਦੇ ਵਿੱਚੋਂ ਸਿਰਫ 3% ਪਾਣੀ ਹੈ ਜਿਹੜਾ ਫਰੈਸ਼ ਵਾਟਰ ਹੈ। Most is frozen in glaciers and polar ice caps। ਤੇ ਉਸ ਵਿੱਚੋਂ ਵੀ ਬਹੁਤ ਸਾਰਾ ਪਾਣੀ ਗਲੇਸ਼ੀਅਰਸ ਅਤੇ ਧਰੁਵੀ ਬਰਫੀਲੇ ਖੇਤਰਾਂ ਦੇ ਵਿੱਚ ਜੰਮਿਆ ਹੋਇਆ ਹੈ। As a result, ਨਤੀਜੇ ਵਜੋਂ only 1% of the earth's water may be available for drinking। ਧਰਤੀ ਦਾ ਸਿਰਫ 1% ਪਾਣੀ ਹੀ ਉਪਲਬਧ ਹੈ ਪੀਣ ਵਾਸਤੇ।
Moreover, ਇਸ ਤੋਂ ਵੀ ਵੱਧ ਕੇ the earth's water supply is fixed ਕਿ ਅਰਥ ਦੇ ਪਾਣੀ ਦੀ ਸਪਲਾਈ ਫਿਕਸ ਹੈ. No new water is being made. ਕੋਈ ਵੀ ਨਵਾਂ ਪਾਣੀ ਨਹੀਂ ਬਣ ਰਿਹਾ. We have the same amount of water now as there was when the earth was created. ਧਰਤੀ ਦੇ ਬਣਨ ਵੇਲੇ ਜਿੰਨਾ ਪਾਣੀ ਮੌਜੂਦ ਸੀ ਓਨਾ ਹੀ ਪਾਣੀ ਹੁਣ ਹੈ. ਕੋਈ ਵੀ ਨਵਾਂ ਪਾਣੀ ਇਹਦੇ ਵਿੱਚ ਐਡ ਨਹੀਂ ਹੋਇਆ. This is the water we have. ਇਹੀ ਪਾਣੀ ਹੈ ਸਾਡੇ ਕੋਲ. And we must preserve its quality. ਤੇ ਸਾਨੂੰ ਇਸ ਦੀ ਗੁਣਵੱਤਾ ਦੀ ਸੰਭਾਲ ਕਰਨੀ ਚਾਹੀਦੀ ਹੈ. Water is the foundation of food and life. ਪਾਣੀ ਆਧਾਰ ਹੈ ਭੋਜਨ ਦਾ ਅਤੇ ਜ਼ਿੰਦਗੀ ਦਾ. Next to air, water is our most precious resource. ਹਵਾ ਤੋਂ ਬਾਅਦ ਪਾਣੀ ਹੀ ਸਾਡੇ ਲਈ ਸਭ ਤੋਂ ਕੀਮਤੀ ਸਰੋਤ ਹੈ. We cannot live without water. ਅਸੀਂ ਪਾਣੀ ਤੋਂ ਬਿਨਾਂ ਜ਼ਿੰਦਾ ਨਹੀਂ ਰਹਿ ਸਕਦੇ. C.V. Raman has rightly said. C.V. Raman ਜੀ ਨੇ ਸਹੀ ਕਿਹਾ ਹੈ. Man has through the ages sought in vain for the imaginary elixir of life, the divine Amrita. ਕਿ ਮਨੁੱਖ ਕਈ ਯੁਗਾਂ ਤੋਂ ਇੱਕ ਕਾਲਪਨਿਕ ਅੰਮ੍ਰਿਤ ਦੀ ਭਾਲ ਵਿੱਚ ਰਿਹਾ ਹੈ ਆਪਣੀ ਜ਼ਿੰਦਗੀ ਲਈ, ਜਿਸ ਨੂੰ ਕਿ ਉਹ ਦੈਵੀ ਅੰਮ੍ਰਿਤ ਦਾ ਨਾਮ ਦਿੰਦਾ ਹੈ. A draught of which has thought to confer immortality. ਜਿਸ ਦੀ ਇੱਕ ਬੂੰਦ ਅਜਿਹਾ ਮੰਨਿਆ ਜਾਂਦਾ ਹੈ ਕਿ ਉਹ ਪ੍ਰਦਾਨ ਕਰਦੀ ਹੈ ਅਮਰਤਾ. But the true elixir of life lies near to our hands. ਪਰ ਜ਼ਿੰਦਗੀ ਦਾ ਸੱਚਾ ਅੰਮ੍ਰਿਤ ਤਾਂ ਸਾਡੇ ਹੱਥਾਂ ਦੇ ਨੇੜੇ ਹੀ ਰਹਿੰਦਾ ਹੈ. For it is the commonest of all liquids, plain water. ਤੇ ਉਹ ਹੈ ਸਾਰੇ ਤਰਲ ਪਦਾਰਥਾਂ ਦੇ ਵਿੱਚੋਂ ਸਭ ਤੋਂ ਆਮ ਇੱਕ ਸਾਦਾ ਪਾਣੀ. That is why most of our civilizations and important cities grew on the banks of big rivers only. ਇਹੀ ਕਾਰਨ ਹੈ ਕਿ ਸਾਡੀਆਂ ਬਹੁਤ ਸਾਰੀਆਂ ਸਭਿਅਤਾਵਾਂ ਅਤੇ ਮਹੱਤਵਪੂਰਨ ਸ਼ਹਿਰ ਵੱਡੀਆਂ ਨਦੀਆਂ ਦੇ ਕੰਢਿਆਂ ਤੇ ਹੀ ਵਧੇ ਫੁੱਲੇ. Our ancient religious texts and epics give a good insight into the water storage and conservation systems that prevailed in those days. ਕਿ ਸਾਡੇ ਪੁਰਾਤਨ ਗ੍ਰੰਥ ਅਤੇ ਮਹਾਕਾਵ ਇਸ ਚੀਜ਼ ਬਾਰੇ ਸਾਨੂੰ ਚੰਗੀ ਜਾਣਕਾਰੀ ਦਿੰਦੇ ਹਨ ਕਿ ਉਹਨਾਂ ਦਿਨਾਂ ਵਿੱਚ ਪਾਣੀ ਦੀ ਸਾਂਭ ਸੰਭਾਲ ਦੇ ਕੀ ਤਰੀਕੇ ਸਨ. The Indus Valley civilization that flourished along the banks of the river Indus. ਕਿ 5000 ਸਾਲ ਪਹਿਲਾਂ ਸਿੰਧੂ ਘਾਟੀ ਦੀ ਸਭਿਅਤਾ ਸਿੰਧੂ ਨਦੀ ਦੇ ਨਾਲ-ਨਾਲ ਅਤੇ ਪੱਛਮੀ ਅਤੇ ਉੱਤਰੀ ਭਾਰਤ ਦੇ ਭਾਗਾਂ ਦੇ ਵਿੱਚ ਵਧੀ ਫੁੱਲੀ had one of the most sophisticated urban water supply and sewage systems in the world. ਉਸ ਸਭਿਅਤਾ ਦੇ ਵਿੱਚ ਦੁਨੀਆ ਦਾ ਸਭ ਤੋਂ ਜ਼ਿਆਦਾ ਉੱਨਤ ਸ਼ਹਿਰੀ ਪਾਣੀ ਸਪਲਾਈ ਅਤੇ ਸੀਵਰੇਜ ਦਾ ਸਿਸਟਮ ਸੀ. The fact that the people were well acquainted with hygiene can be seen from the covered drains running beneath the streets of the ruins at both Mohenjo-daro and Harappa. ਅਤੇ ਇਸ ਤੱਥ ਨੂੰ ਮੋਹਿੰਜੋਦਰੋ ਅਤੇ ਹੜੱਪਾ ਦੇ ਖੰਡਰਾਂ ਦੇ ਵਿੱਚ ਮਿਲੀਆਂ ਟਕੀਆਂ ਹੋਈਆਂ ਨਾਲੀਆਂ ਜੋ ਕਿ ਗਲੀਆਂ ਦੇ ਨੀਚੋਂ ਵਹਿੰਦੀਆਂ ਸਨ ਪਤਾ ਚੱਲਦਾ ਹੈ. In the forest, water seeps gently into the ground as vegetation breaks the flow of water. ਜੰਗਲਾਂ ਦੇ ਵਿੱਚ ਪਾਣੀ ਆਰਾਮ ਦੇ ਨਾਲ ਧਰਤੀ ਦੇ ਵਿੱਚ ਸਮਾ ਜਾਂਦਾ ਹੈ ਕਿਉਂਕਿ ਬਨਸਪਤੀ ਪਾਣੀ ਦੇ ਵਹਿਣ ਨੂੰ ਰੋਕਦੀ ਹੈ. This groundwater in turn feeds wells, lakes and rivers. ਤੇ ਇਸ ਤਰ੍ਹਾਂ ਹੋਣ ਦੇ ਨਾਲ ਧਰਤੀ ਦੇ ਵਿੱਚ ਸਮਾਇਆ ਹੋਇਆ ਪਾਣੀ ਖੂਹਾਂ ਨੂੰ, ਝੀਲਾਂ ਨੂੰ ਅਤੇ ਨਦੀਆਂ ਨੂੰ ਭਰ ਦਿੰਦਾ ਹੈ. Protecting forests means protecting water catchments. ਜੰਗਲਾਂ ਨੂੰ ਬਚਾਉਣਾ ਹੀ ਪਾਣੀ ਦੇ ਉਹਨਾਂ ਖੇਤਰਾਂ ਨੂੰ ਬਚਾਉਣਾ ਹੈ. In ancient India, ਪੁਰਾਤਨ ਭਾਰਤ ਵਿੱਚ
people believed, ਲੋਕ ਇਹ ਮੰਨਦੇ ਸਨ, that forests were the mothers of river, ਕਿ ਜੰਗਲ ਨਦੀਆਂ ਦੀਆਂ ਮਾਵਾਂ ਹਨ, and worshipped the sources of these water bodies, ਅਤੇ ਉਹ ਇਹਨਾਂ ਪਾਣੀ ਦੇ ਸਰੋਤਾਂ ਦੀ ਪੂਜਾ ਕਰਦੇ ਸਨ। Water is a source of beauty and joy, ਪਾਣੀ ਸੁੰਦਰਤਾ ਅਤੇ ਖੁਸ਼ੀ ਦਾ ਸਰੋਤ ਹੈ। It adds to the beauty of nature, ਕੁਦਰਤ ਦੀ ਖੂਬਸੂਰਤੀ ਨੂੰ ਹੋਰ ਵਧਾਉਂਦਾ ਹੈ। It may be a little stream trickling down the rocks or a waterfall, big or small, ਤਾਂ ਫਿਰ ਭਾਵੇਂ ਇਹ ਚਟਾਨਾਂ ਦੇ ਵਿੱਚੋਂ ਹੁੰਦੀ ਹੋਈ ਨੀਚੇ ਨੂੰ ਵਹਿਣ ਵਾਲੀ ਇਹ ਇੱਕ ਛੋਟੀ ਨਦੀ ਹੋਵੇ ਜਾਂ ਇੱਕ ਵੱਡਾ ਜਾਂ ਛੋਟਾ ਝਰਨਾ। It is a joy to the eyes, ਇਹ ਅੱਖਾਂ ਵਾਸਤੇ ਖੁਸ਼ੀ ਪ੍ਰਦਾਨ ਕਰਦਾ ਹੈ, and a freshening breath of beauty to the mind, ਦਿਮਾਗ ਨੂੰ ਤਰੋ-ਤਾਜ਼ਾ ਕਰਨ ਵਾਲੀ ਹਵਾ ਪ੍ਰਦਾਨ ਕਰਦਾ ਹੈ। Brooks and rivers dancing down the hills on their majestic journey to the sea in their serpentine ways add a touch of novelty to the scene, ਕਿ ਝਰਨੇ ਅਤੇ ਨਹਿਰਾਂ ਸਮੁੰਦਰ ਵੱਲ ਹੋ ਰਹੀ ਆਪਣੀ ਵਿਸ਼ਾਲ ਯਾਤਰਾ ਪਹਾੜੀਆਂ ਦੇ ਵਿੱਚੋਂ ਨ੍ਰਿਤ ਕਰਦੇ, ਨੱਚਦੇ ਟੱਪਦੇ ਅਤੇ ਨਾਗ ਦੇ ਵਾਂਗ ਟੇਢੇ ਮੇਢੇ ਪਾਸੇ ਜਾਂਦੇ ਦ੍ਰਿਸ਼ ਨੂੰ ਨਵੀਨਤਾ ਪ੍ਰਦਾਨ ਕਰਦੇ ਹਨ। Small tanks, lakes or big oceans on rich tributes from sensitive poets, ਛੋਟੇ ਸਰੋਵਰ, ਝੀਲਾਂ ਅਤੇ ਵੱਡੇ ਸਮੁੰਦਰਾਂ ਨੇ ਕਈ ਭਾਵੁਕ ਕਵੀਆਂ ਤੋਂ ਵੱਡੀਆਂ ਸ਼ਰਧਾਂਜਲੀਆਂ ਪ੍ਰਾਪਤ ਕੀਤੀਆਂ ਹਨ। ਭਾਵ ਕਵੀਆਂ ਨੇ ਇਹਨਾਂ ਬਾਰੇ ਬਹੁਤ ਕੁਝ ਲਿਖਿਆ ਹੈ। A great writer wrote, ਇੱਕ ਮਹਾਨ ਲੇਖਕ ਨੇ ਲਿਖਿਆ ਹੈ, water in a landscape may be compared to the eyes in a human face, ਕਿ ਕੁਦਰਤੀ ਦ੍ਰਿਸ਼ ਦੇ ਵਿੱਚ ਮੌਜੂਦ ਪਾਣੀ ਦੀ ਤੁਲਨਾ ਮਨੁੱਖੀ ਅੱਖਾਂ ਦੇ ਨਾਲ ਕੀਤੀ ਜਾ ਸਕਦੀ ਹੈ। It reflects the mood of the hour, ਕਿ ਉਸ ਸਮੇਂ ਦੇ ਮੂਡ ਨੂੰ ਇਹ ਪ੍ਰਤੀਬਿੰਬ ਕਰਦਾ ਹੈ, ਇਹ ਦੱਸਦਾ ਹੈ ਕਿ ਉਸ ਸਮੇਂ ਦਾ ਮੂਡ ਕਿਹੋ ਜਿਹਾ ਹੈ। Being bright and gay when the sun shines, ਕਿ ਜਦੋਂ ਸੂਰਜ ਚਮਕਦਾ ਹੈ ਤੇ ਇਹ ਪਾਣੀ ਕਿਸ ਤਰ੍ਹਾਂ ਚਮਕਦਾਰ ਅਤੇ ਖੁਸ਼ਨੁਮਾ ਮਹਿਸੂਸ ਹੁੰਦਾ ਹੈ। Turning to dark and gloomy when the sky is overcast, ਤੇ ਜਦੋਂ ਉਸੇ ਹੀ ਸੂਰਜ ਨੂੰ ਬੱਦਲ ਢੱਕ ਲੈਂਦੇ ਹਨ ਤਾਂ ਕਿਸ ਤਰ੍ਹਾਂ ਇਹ ਪਾਣੀ ਗੂੜੇ ਹਨੇਰੇ ਨਾਲ ਭਰ ਜਾਂਦਾ ਹੈ। Over the years, rising populations, growing industrialization, and expanding agriculture have pushed up the demand for water. ਸਾਲ ਦਰ ਸਾਲ ਜਨਸੰਖਿਆ ਵਿੱਚ ਹੋਣ ਵਾਲੇ ਵਾਧੇ ਕਾਰਨ, ਉਦਯੋਗੀਕਰਨ ਵਧਣ ਕਰਕੇ ਅਤੇ ਖੇਤੀ ਵਧਣ ਕਰਕੇ ਪਾਣੀ ਦੀ ਮੰਗ ਵਧੀ ਹੈ। Efforts have been made to collect water by building dams, ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਕਿ ਪਾਣੀ ਨੂੰ ਇਕੱਠਾ ਕੀਤਾ ਜਾ ਸਕੇ, ਡੈਮਸ ਬਣਾ ਕੇ, and reservoirs and digging wells, ਝੀਲਾਂ ਬਣਾ ਕੇ ਅਤੇ ਖੂਹ ਖੋਦ ਕੇ। Some countries have also tried to recycle and desalinate water, ਕੁਝ ਦੇਸ਼ ਇਹ ਕੋਸ਼ਿਸ਼ ਕਰ ਰਹੇ ਹਨ ਕਿ ਪਾਣੀ ਨੂੰ ਕਿਸ ਤਰ੍ਹਾਂ ਰੀਸਾਈਕਲ ਕੀਤਾ ਜਾਵੇ ਤੇ ਉਸ ਦੇ ਵਿੱਚੋਂ ਲੂਣ ਨੂੰ ਨਿਖੇੜਿਆ ਜਾ ਸਕੇ। Water conservation has become the need of the day, ਪਾਣੀ ਦੀ ਸਾਂਭ ਸੰਭਾਲ ਮੌਜੂਦਾ ਸਮੇਂ ਦੀ ਮੰਗ ਹੈ। While the availability of water can turn millions of uncultivated land into areas teeming with life and vegetation, ਜਦੋਂ ਕਿ ਪਾਣੀ ਦੀ ਮੌਜੂਦਗੀ ਕਈ ਲੱਖਾਂ ਅਣਉਪਜਾਊ ਧਰਤੀਆਂ ਨੂੰ ਅਜਿਹੇ ਖੇਤਰਾਂ ਵਿੱਚ ਬਦਲ ਸਕਦੀ ਹੈ ਜਿਸ ਵਿੱਚ ਜੀਵਨ ਅਤੇ ਬਨਸਪਤੀ ਦੀ ਪਰਮਾਰ ਹੋਵੇ। The absence of water can convert fertile lands into dry, barren, lifeless tracts of death, ਤੇ ਨਾਲ ਹੀ ਪਾਣੀ ਦੀ ਅਣਹੋਂਦ ਹਰੀ ਭਰੀ ਉਪਜਾਊ ਧਰਤੀ ਨੂੰ ਸੂਖਾਗ੍ਰਸਤ ਅਤੇ ਜੀਵਨ ਰਹਿਤ ਬੰਜਰ ਖੇਤਰਾਂ ਦੇ ਵਿੱਚ ਤਬਦੀਲ ਕਰ ਸਕਦੀ ਹੈ। Conservation of water in the agriculture sector is essential. ਖੇਤੀਬਾੜੀ ਦੇ ਖੇਤਰ ਵਿੱਚ ਪਾਣੀ ਦਾ ਸੰਰਖਣ, ਪਾਣੀ ਦੀ ਸੰਭਾਲ ਬਹੁਤ ਜ਼ਰੂਰੀ ਹੈ। But depleting water table, ਪਰ ਪਾਣੀ ਦਾ ਘਟ ਰਿਹਾ ਸਤਰ and a rise in salinity, ਅਤੇ ਪਾਣੀ ਦੇ ਖਾਰੇਪਨ ਵਿੱਚ ਹੋ ਰਿਹਾ ਵਾਧਾ due to overuse of chemical fertilizers and pesticides,
is something serious, ਜੋ ਕਿ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ ਕਰਕੇ ਹੋ ਰਿਹਾ ਹੈ, ਕਾਫੀ ਗੰਭੀਰ ਹੈ। The food bowl of India, ਭਾਰਤ ਦਾ ਅਨਾਜ ਦਾ ਕਟੋਰਾ, the state of Punjab, ਜੋ ਕਿ ਪੰਜਾਬ ਰਾਜ ਹੈ, is fast drying up, ਉਹ ਵੀ ਤੇਜ਼ੀ ਦੇ ਨਾਲ ਸੁੱਕ ਰਿਹਾ ਹੈ। It is on the verge of an ecological disaster, ਇਹ ਪਰਿਆਵਰਣ ਦੇ ਵਿਨਾਸ਼ ਦੀ ਕਗਾਰ ਤੇ ਖੜਿਆ ਹੋਇਆ ਹੈ। The number of tube wells has grown up from 1.2 lakh in 1970 to about 13 lakh now, ਕਿ ਟਿਊਬਵੈਲਾਂ ਦੀ ਗਿਣਤੀ ਜੋ ਕਿ 1970 ਵਿੱਚ 1.2 ਲੱਖ ਸੀ, ਉਹ ਹੁਣ ਵੱਧ ਕੇ 13 ਲੱਖ ਹੋ ਗਈ ਹੈ। The ground water decline rate has reached an alarming level, ਕਿ ਧਰਤੀ ਦੇ ਪਾਣੀ ਦੇ ਹੇਠਾਂ ਜਾਣ ਦੀ ਦਰ ਆਪਣੇ ਖਤਰੇ ਦੇ ਨਿਸ਼ਾਨ ਤੱਕ ਪਹੁੰਚ ਚੁੱਕੀ ਹੈ। The worst affected districts are ਸੰਗਰੂਰ and ਮੋਗਾ, ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲ੍ਹੇ ਹਨ ਸੰਗਰੂਰ ਅਤੇ ਮੋਗਾ, where the water table is below 50 feet, ਜਿੱਥੇ ਕਿ ਪਾਣੀ ਦਾ ਸਤਰ 50 ਫੁੱਟ ਤੋਂ ਵੀ ਥੱਲੇ ਚਲਾ ਗਿਆ ਹੈ। The Punjab irrigation minister admitted on the floor of the house in the Punjab Vidhan Sabha 29th June 2012 that groundwater was continuously declining in 85% areas of the state. ਪੰਜਾਬ ਵਿਧਾਨ ਸਭਾ ਦੇ 29/6/12 ਦੇ ਇਜਲਾਸ ਦੇ ਵਿੱਚ ਪੰਜਾਬ ਇਰੀਗੇਸ਼ਨ ਮਿਨਿਸਟਰ ਨੇ ਇਹ ਮੰਨਿਆ ਕਿ ਪੰਜਾਬ ਸੂਬੇ ਦੇ 85% ਖੇਤਰਾਂ ਦੇ ਵਿੱਚ ਪਾਣੀ ਦਾ ਸਤਰ ਲਗਾਤਾਰ ਨੀਚੇ ਗਿਰ ਰਿਹਾ ਹੈ। Worse, ਤੇ ਇਸ ਤੋਂ ਵੀ ਮਾੜੀ ਗੱਲ ਇਹ ਹੈ, ਨਾਈਟ੍ਰੇਟ ਪ੍ਰੈਜ਼ੈਂਸ ਇਨ ਵਾਟਰ ਹੈਡ ਗੋਨ ਅਪ, ਕਿ ਪਾਣੀ ਦੇ ਵਿੱਚ ਨਾਈਟ੍ਰੇਟ ਦੀ ਮੌਜੂਦਗੀ had gone up by 10 times in the past 4 decades, ਇਹ ਵੀ ਪਿਛਲੇ 4 ਦਹਾਕਿਆਂ ਤੋਂ 10 ਗੁਣਾ ਵੱਧ ਗਈ ਹੈ। Another MLA said, ਇੱਕ ਹੋਰ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਨੇ ਕਿਹਾ, the quality of water in 1972 was such that it had 0.5 mg liter of nitrate, ਕਿ 1972 ਵਿੱਚ ਪਾਣੀ ਦੀ ਗੁਣਵੱਤਾ ਇਹ ਸੀ ਕਿ ਇਸ ਵਿੱਚ 0.5 ਮਿਲੀਗ੍ਰਾਮ ਪਰ ਲੀਟਰ ਨਾਈਟ੍ਰੇਟ ਸੀ। as of now, ਜੇ ਹੁਣ ਦੀ ਗੱਲ ਕਰੀਏ, it has increased to 5 mg per liter, ਤੇ ਇਹ 5 ਮਿਲੀਗ੍ਰਾਮ ਪਰ ਲੀਟਰ ਤੱਕ ਵੱਧ ਗਈ ਹੈ। And going by the excessive use of insecticides and pesticides by our farmers, ਅਤੇ ਇਹ ਕਿਸਾਨਾਂ ਦੁਆਰਾ ਬਹੁਤਾਤ ਵਿੱਚ ਵਰਤੇ ਜਾਣ ਵਾਲੇ ਕੀੜੇ ਮਕੌੜੇ ਮਾਰਨ ਵਾਲੀਆਂ ਦਵਾਈਆਂ ਕਰਕੇ ਹੋਰ ਵੀ ਵੱਧ ਰਿਹਾ ਹੈ। It is expected to reach 10 mg per liter in the next 20 years, ਤੇ ਅਗਲੇ 20 ਸਾਲਾਂ ਦੇ ਦੌਰਾਨ ਇਸ ਦੇ 10 ਮਿਲੀਗ੍ਰਾਮ ਪਰ ਲੀਟਰ ਤੱਕ ਪਹੁੰਚਣ ਦੀ ਉਮੀਦ ਹੈ। This means, ਇਸ ਦਾ ਮਤਲਬ ਹੈ that water in the Punjab will cease to be potable, ਕਿ ਪੰਜਾਬ ਦੇ ਪਾਣੀ ਨੂੰ ਪੀਣ ਤੋਂ ਰੋਕਣਾ ਪਵੇਗਾ for humans and animals in the next 20 to 25 years, ਮਨੁੱਖਾਂ ਅਤੇ ਜਾਨਵਰਾਂ ਲਈ ਅਗਲੇ 20 ਤੋਂ 25 ਸਾਲਾਂ ਦੇ ਵਿੱਚ। Presence of nitrate up to 10 mg per liter renders it unfit for drinking, ਪਾਣੀ ਵਿੱਚ ਨਾਈਟ੍ਰੇਟ ਦੀ 10 ਮਿਲੀਗ੍ਰਾਮ ਪਰ ਲੀਟਰ ਦੇ ਹਿਸਾਬ ਨਾਲ ਮੌਜੂਦਗੀ ਇਹ ਦੱਸਦੀ ਹੈ ਕਿ ਇਹ ਪਾਣੀ ਪੀਣ ਯੋਗ ਨਹੀਂ ਹੈ। ਹਾਈ ਲੈਵਲਸ ਆਫ ਆਰਸੈਨਿਕ, ਕਿ ਵੱਡੇ ਪੱਧਰਾਂ ਤੇ ਆਰਸੈਨਿਕ ਜੋ ਕਿ ਇੱਕ ਜ਼ਹਿਰੀਲਾ ਪਦਾਰਥ ਹੈ, nitrates and heavy metals in water are causing severe health problems across the whole of the Punjab, ਅਤੇ ਭਾਰੀ ਧਾਤਾਂ ਦੇ ਪਾਣੀ ਵਿੱਚ ਮਿਲਣ ਕਰਕੇ ਅਤਿਅੰਤ ਗੰਭੀਰ ਸਿਹਤ ਸੰਬੰਧੀ ਸਮੱਸਿਆਵਾਂ ਸਾਰੇ ਪੰਜਾਬ ਦੇ ਵਿੱਚ ਵੱਧ ਰਹੀਆਂ ਹਨ। High nitrate levels in water can result in a reduced oxygen supply to vital tissues such as the brain, ਪਾਣੀ ਵਿੱਚ ਨਾਈਟ੍ਰੇਟ ਦੇ ਉੱਚ ਸਤਰ ਕਰਕੇ ਸਰੀਰ ਦੇ ਮਹੱਤਵਪੂਰਨ ਟਿਸ਼ੂਜ਼ ਜਿਵੇਂ ਕਿ ਬ੍ਰੇਨ ਉਸ ਤੱਕ ਆਕਸੀਜਨ ਪ੍ਰਿਆਪਤ ਮਾਤਰਾ ਵਿੱਚ ਨਹੀਂ ਪਹੁੰਚਦੀ, ਭਾਵ ਘਟ ਗਈ ਹੈ। The state should therefore make a comprehensive policy on the issue on a top priority basis. ਪੰਜਾਬ ਰਾਜ ਨੂੰ ਇਸ ਕਰਕੇ ਚਾਹੀਦਾ ਹੈ ਕਿ ਉਹ ਇੱਕ ਸਮੁੱਚੀ ਸੰਯੁਕਤ ਨੀਤੀ ਬਣਾਵੇ ਤਾਂ ਕਿ ਇਸ ਮਸਲੇ ਨੂੰ ਪਹਿਲ ਦੇ ਆਧਾਰ ਤੇ ਨਜਿੱਠਿਆ ਜਾਵੇ। Departments of Soil Conservation, irrigation, electricity and agriculture should work in cohesion
to meet this challenge। ਭੌਂ ਸੰਰਖਣ, ਸਿੰਚਾਈ, ਬਿਜਲੀ ਅਤੇ ਖੇਤੀਬਾੜੀ ਦੇ ਮਹਿਕਮਿਆਂ ਨੂੰ ਇਕੱਠੇ ਹੋ ਕੇ ਆਪਸ ਵਿੱਚ ਮਿਲ ਕੇ ਇਸ ਚੈਲੰਜ ਬਾਰੇ ਸੋਚਣਾ ਚਾਹੀਦਾ ਹੈ। According to the findings of the National Geophysical Research Institute, National Geophysical Research Institute ਦੀਆਂ ਖੋਜਾਂ ਦੇ ਮੁਤਾਬਿਕ due to the over exploitation of water resources ਕਿ ਪਾਣੀ ਦੇ ਸਰੋਤਾਂ ਦੇ ਬਹੁਤ ਜ਼ਿਆਦਾ ਉਤਪੀੜਨ ਕਰਕੇ the ground water levels are going down by 60 centimeter every year ਕਿ ਧਰਤੀ ਹੇਠਲੇ ਵਾਟਰ ਦਾ ਲੈਵਲ ਹਰ ਸਾਲ 60 ਸੈਂਟੀਮੀਟਰ ਨੀਚੇ ਜਾ ਰਿਹਾ ਹੈ। The Punjab has in less than 30 years ਕਿ ਪੰਜਾਬ ਨੇ 30 ਸਾਲਾਂ ਤੋਂ ਵੀ ਘੱਟ ਸਮੇਂ ਵਿੱਚ used up ਵਰਤ ਲਿਆ ਹੈ ਗਰਾਊਂਡ ਵਾਟਰ ਰਿਜ਼ਰਵਸ ਧਰਤੀ ਹੇਠਲੇ ਪਾਣੀ ਦੇ ਸਰੋਤਾਂ ਨੂੰ build up over the last 105 years ਜੋ ਕਿ ਪਿਛਲੇ 105 ਸਾਲਾਂ ਤੋਂ ਉਹ ਸਰੋਤ ਬਣੇ ਹੋਏ ਸਨ। ਉਹਨਾਂ 105 ਸਾਲਾਂ ਦੇ ਸਰੋਤਾਂ ਨੂੰ ਪੰਜਾਬ ਨੇ ਪਿਛਲੇ 30 ਸਾਲਾਂ ਵਿੱਚ ਹੀ ਵਰਤ ਲਿਆ ਹੈ। In order to reach the water table ਪਾਣੀ ਦੇ ਸਤਰ ਤੱਕ ਪਹੁੰਚਣ ਲਈ farmers are forced to dig deeper and deeper into the ground ਕਿਸਾਨਾਂ ਨੂੰ ਮਜਬੂਰ ਹੋਣਾ ਪੈ ਰਿਹਾ ਹੈ ਕਿ ਉਹ ਧਰਤੀ ਹੇਠਾਂ ਹੋਰ ਜ਼ਿਆਦਾ ਡੂੰਘਾ ਖੋਦਣ and use more power to pump out water ਅਤੇ ਜ਼ਿਆਦਾ ਸ਼ਕਤੀ ਦਾ ਪ੍ਰਯੋਗ ਕਰਨ ਤਾਂ ਕਿ ਉਹ ਪਾਣੀ ਨੂੰ ਪੰਪ ਕਰਕੇ ਬਾਹਰ ਕੱਢ ਸਕਣ। Even residents in cities using hand pump water are having to dig deeper than they did say 10 years ago ਤੇ ਸ਼ਹਿਰੀ ਨਿਵਾਸੀਆਂ ਨੂੰ ਵੀ ਜੋ ਕਿ ਹੈਂਡ ਪੰਪ ਦਾ ਪ੍ਰਯੋਗ ਕਰਦੇ ਹਨ ਪਾਣੀ ਲੈਣ ਲਈ ਉਹਨਾਂ ਨੂੰ ਵੀ ਪਿਛਲੇ 10 ਸਾਲ ਨਾਲੋਂ ਜ਼ਿਆਦਾ ਹੁਣ ਡੂੰਘਾ ਖੋਦਣਾ ਪੈ ਰਿਹਾ ਹੈ। The excessive decline in water table is resulting in low discharge of tube wells ਕਿ ਪਾਣੀ ਦੇ ਸਤਰ ਦਾ ਬਹੁਤ ਜ਼ਿਆਦਾ ਹੇਠਾਂ ਗਿਰਨਾ ਕਾਰਨ ਬਣਿਆ ਹੈ ਟਿਊਬਵੈਲਸ ਦੇ ਵਿੱਚੋਂ ਪਾਣੀ ਘੱਟ ਨਿਕਲਦਾ ਹੈ। ਡੀਪਨਿੰਗ ਆਫ ਪਿਟਸ ਐਂਡ ਟਿਊਬਵੈਲਸ ਜਿਹਦੇ ਨਾਲ ਟਿਊਬਵੈਲ ਹੋਰ ਡੂੰਘੇ ਪੁੱਟੇ ਜਾ ਰਹੇ ਹਨ ਹੋਰ ਡੂੰਘਾ ਟੋਇਆ ਪੁੱਟਿਆ ਜਾ ਰਿਹਾ ਹੈ। ਰਿਪਲੇਸਮੈਂਟ ਆਫ ਲੋ ਕੋਸਟ ਸੈਂਟਰੀਫਿਊਗਲ ਪੰਪਸ ਵਿਦ ਕੋਸਟਲੀਅਰ ਸਬਮਰਸੀਬਲ ਪੰਪਸ ਜਿਹਦੇ ਕਰਕੇ ਜੋ ਪਹਿਲਾਂ ਸਸਤੇ ਸੈਂਟਰੀਫਿਊਗਲ ਪੰਪਸ ਲੱਗੇ ਹੋਏ ਸੀ ਪਾਣੀ ਕੱਢਣ ਲਈ ਉਹਨਾਂ ਨੂੰ ਹਟਾ ਕੇ ਮਹਿੰਗੇ ਸਬਮਰਸੀਬਲ ਪੰਪ ਲਗਾਏ ਜਾ ਰਹੇ ਹਨ ਐਂਡ ਇਨਕਰੀਜ਼ਡ ਐਨਰਜੀ ਕੋਸਟ ਜਿਹਦੇ ਨਾਲ ਬਿਜਲੀ ਦਾ ਬਿੱਲ ਵਧਿਆ ਹੈ thereby affecting the socio-economic condition of small and marginal farmers of the state ਜਿਹਦੇ ਕਰਕੇ ਛੋਟੇ ਅਤੇ ਮੱਧਮ ਵਰਗੀ ਕਿਸਾਨਾਂ ਦੀ ਸਮਾਜਿਕ ਅਤੇ ਆਰਥਿਕ ਹਾਲਤ ਪ੍ਰਭਾਵਿਤ ਹੋਈ ਹੈ। In the state, major share of water is taken by rice wheat cropping system ਪੰਜਾਬ ਰਾਜ ਦੇ ਵਿੱਚ ਪਾਣੀ ਦਾ ਬਹੁਤ ਵੱਡਾ ਹਿੱਸਾ ਚਾਵਲ ਅਤੇ ਕਣਕ ਦੇ ਫਸਲੀ ਪ੍ਰਬੰਧਨ ਵਿੱਚ ਹੀ ਲੱਗ ਜਾਂਦਾ ਹੈ। It may be noticed that 1 kilogram of rice consumes 3,500 to 4,000 liters of water for its growth ਇਹ ਦੇਖਿਆ ਜਾ ਸਕਦਾ ਹੈ ਕਿ 1 ਕਿਲੋਗ੍ਰਾਮ ਚਾਵਲਾਂ ਨੂੰ ਉਗਾਉਣ ਲਈ 3500 ਤੋਂ 4000 ਲੀਟਰ ਪਾਣੀ ਲੱਗਦਾ ਹੈ depending upon its variety ਤੇ ਉਹ ਵੀ ਡਿਪੈਂਡ ਕਰਦਾ ਹੈ ਕਿ ਉਹਦੀ ਵੈਰਾਈਟੀ ਕਿਹੜੀ ਹੈ ਸੋਇੰਗ ਟਾਈਮ ਬੀਜਣ ਦਾ ਸਮਾਂ ਕਿਹੜਾ ਹੈ ਏਰੀਆ ਐਟਸੈਟਰਾ ਭਾਵ ਕਿਹੜੇ ਖਿੱਤੇ ਦੇ ਵਿੱਚ ਕਿਹੜੇ ਖੇਤਰ ਦੇ ਵਿੱਚ ਉਸ ਨੂੰ ਉਗਾਇਆ ਜਾ ਰਿਹਾ ਹੈ। Therefore, it is the requirement of the present situation ਇਸ ਕਰਕੇ ਮੌਜੂਦਾ ਸਥਿਤੀ ਦੀ ਲੋੜ ਹੈ that the traditional cropping pattern should be changed immediately ਕਿ ਪਾਰੰਪਰਿਕ ਫਸਲੀ ਚੱਕਰ ਇੱਕਦਮ ਬਦਲ ਦੇਣਾ ਚਾਹੀਦਾ ਹੈ। Moreover, ਇਸ ਤੋਂ ਵੀ ਵੱਧ there is a need to strictly switch over to the technologies ਕਿ ਉਹਨਾਂ ਤਕਨੀਕਾਂ ਦੇ ਵੱਲ ਵਧਿਆ ਜਾਵੇ related to soil and agronomic management ਜੋ ਕਿ ਮਿੱਟੀ ਅਤੇ ਖੇਤੀ ਦੇ ਪ੍ਰਬੰਧਨ ਸੰਬੰਧੀ ਹੋਵੇ that save water without a loss in crop yields ਜਿਹੜੀ ਕਿ ਫਸਲ ਦੇ ਲਾਭਾਂ ਨੂੰ ਬਿਨਾਂ ਘੱਟ ਕੀਤੇ ਪਾਣੀ ਨੂੰ ਵੀ ਬਚਾਵੇ leading to higher productivity per unit use of water ਜਿਹੜੀ ਕਿ ਪਾਣੀ ਦੇ ਹਰ ਯੂਨਿਟ ਦੇ ਨਾਲ ਮਿਲਣ ਵਾਲੀ ਫਸਲ ਦੀ ਉਤਪਾਦਕਤਾ ਨੂੰ ਵੀ ਵਧਾਵੇ। These technologies include planting and transplanting time of crops so ਇਹਨਾਂ ਤਕਨੀਕਾਂ ਦੇ ਵਿੱਚ ਸ਼ਾਮਲ ਹਨ ਫਸਲਾਂ ਨੂੰ ਬੀਜਣਾ ਉਹਨਾਂ ਨੂੰ ਬੀਜਣ ਦਾ ਸਮਾਂ irrigation scheduling ਸਿੰਜਾਈ ਦਾ ਸਮਾਂ and new irrigation methods ਅਤੇ ਸਿੰਜਾਈ ਦੇ ਨਵੇਂ-ਨਵੇਂ ਤਰੀਕੇ e.g. ਉਹ ਹਨ sprinkler drip furrow etc.
ਸੋ ਇਹ ਨਵੇਂ ਤਰੀਕੇ ਇਹਨਾਂ ਨੂੰ ਵਰਤਣਾ ਚਾਹੀਦਾ ਹੈ ਤਾਂ ਕਿ ਪਾਣੀ ਦੀ ਘੱਟ ਵਰਤੋਂ ਦੇ ਨਾਲ ਅਸੀਂ ਸਿੰਜਾਈ ਵਧੀਆ ਕਰ ਸਕੀਏ। For using available water resources effectively and efficiently, ਮੌਜੂਦਾ ਪਾਣੀ ਦੇ ਸਰੋਤਾਂ ਨੂੰ ਪ੍ਰਭਾਵਾਤਮਕ ਅਤੇ ਨਿਪੁੰਨਾਤਮਕ ਤਰੀਕੇ ਦੇ ਨਾਲ ਵਰਤਣ ਲਈ Water Users Associations Societies should be constituted। ਪਾਣੀ ਨੂੰ ਵਰਤਣ ਵਾਲਿਆਂ ਦੀਆਂ ਸੰਸਥਾਵਾਂ ਇਹ ਬਣਾਉਣੀਆਂ ਚਾਹੀਦੀਆਂ ਹਨ। Various measures technologies for enhancing artificial groundwater recharge should also be adopted। ਕਾਫੀ ਤੌਰ ਤਰੀਕੇ ਅਤੇ ਤਕਨੀਕਾਂ ਨੂੰ ਅਪਣਾਉਣਾ ਚਾਹੀਦਾ ਹੈ। ਆਰਟੀਫੀਸ਼ੀਅਲ ਗਰਾਊਂਡ ਵਾਟਰ ਰੀਚਾਰਜ, ਸੋ ਧਰਤੀ ਹੇਠਲਾ ਪਾਣੀ ਇੱਕ ਤਾਂ ਨੈਚੁਰਲ ਵੇ ਦੇ ਨਾਲ ਉੱਥੇ ਜਮ੍ਹਾਂ ਹੁੰਦਾ ਹੈ, ਇੱਕ ਅਸੀਂ ਆਰਟੀਫੀਸ਼ੀਅਲ ਭਾਵ ਆਪਣੇ ਤੌਰ ਤੇ ਮੀਨਸ ਜੋ ਕੁਦਰਤੀ ਨਾ ਹੋਵੇ। ਸੋ ਆਪਣੇ ਤੌਰ ਤੇ ਵੀ ਅਸੀਂ ਪ੍ਰਯਾਸ ਕਰ ਸਕਦੇ ਹਾਂ, ਕੋਸ਼ਿਸ਼ ਕਰ ਸਕਦੇ ਹਾਂ ਕਿ ਪਾਣੀ ਜੋ ਹੈ ਧਰਤੀ ਹੇਠਾਂ ਸਟੋਰ ਕੀਤਾ ਜਾਵੇ। ਜਿਵੇਂ ਕਿ ਅੱਜ ਕੱਲ੍ਹ ਕਈ ਟੈਕਨੋਲੋਜੀਜ਼ ਆਈਆਂ ਹਨ, ਰੇਨ ਵਾਟਰ ਹਾਰਵੈਸਟਿੰਗ ਸਿਸਟਮ ਹੈ। ਸੋ ਇਸ ਤਰ੍ਹਾਂ ਦੀ ਕਈ ਟੈਕਨੋਲੋਜੀਜ਼ ਉਹਦੀ ਵਰਤੋਂ ਕਰਕੇ ਵੀ ਅਸੀਂ ਜਿਹੜਾ ਹੈ ਇਸ ਨੂੰ ਇਨਹਾਂਸ ਕਰ ਸਕਦੇ ਹਾਂ। ਇਨਹਾਂਸ ਮਤਲਬ ਵਧਾ ਸਕਦੇ ਹਾਂ। ਸੋ ਕਾਫੀ ਸਾਰੇ ਤਰੀਕੇ ਵਰਤਣੇ ਚਾਹੀਦੇ ਹਨ, ਤਕਨੀਕਾਂ ਵਰਤਣੀਆਂ ਚਾਹੀਦੀਆਂ ਹਨ ਤਾਂ ਕਿ ਧਰਤੀ ਹੇਠਲਾ ਪਾਣੀ ਜੋ ਕਿ ਖਤਮ ਹੋ ਰਿਹਾ ਹੈ ਉਸ ਨੂੰ ਫਿਰ ਰੀਚਾਰਜ ਕੀਤਾ ਜਾਵੇ, ਭਾਵ ਉਸ ਵਿੱਚ ਫਿਰ ਪਾਣੀ ਪੈਦਾ ਕੀਤਾ ਜਾਵੇ। should also be adopted। ਸੋ ਇਸ ਨੂੰ ਵੀ ਅਡਾਪਟ ਕਰਨਾ ਚਾਹੀਦਾ ਹੈ। We must hear the warning bells। ਸਾਨੂੰ ਇਹ ਸਾਵਧਾਨੀ ਵਾਲੀਆਂ ਘੰਟੀਆਂ ਜ਼ਰੂਰ ਸੁਣਨੀਆਂ ਚਾਹੀਦੀਆਂ ਹਨ। and act before it is too late। ਅਤੇ ਸਮੇਂ ਰਹਿੰਦੇ ਹੀ ਇਸ ਉੱਤੇ ਕਾਰਵਾਈ ਸਾਨੂੰ ਕਰ ਲੈਣੀ ਚਾਹੀਦੀ ਹੈ, ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਏ। Every drop of water is precious। ਪਾਣੀ ਦੀ ਹਰ ਬੂੰਦ ਕੀਮਤੀ ਹੈ and needs to be saved wherever and in whatever way it is possible। ਅਤੇ ਇਸ ਨੂੰ ਬਚਾਉਣ ਦੀ ਲੋੜ ਹੈ, ਚਾਹੇ ਜਿੱਥੇ ਵੀ ਹੋਵੇ ਅਤੇ ਕਿਸੇ ਵੀ ਤਰੀਕੇ ਦੇ ਨਾਲ ਜੋ ਕਿ ਸੰਭਵ ਹੋ ਸਕੇ। Every day in rural communities and poor urban centers throughout India। ਹਰ ਰੋਜ਼ ਪੂਰੇ ਭਾਰਤ ਦੇ ਵਿੱਚ ਪੇਂਡੂ ਸਮੁਦਾਇਆਂ ਅਤੇ ਗਰੀਬ ਸ਼ਹਿਰੀ ਖੇਤਰਾਂ ਵਿੱਚ hundreds of millions of people suffer from a lack of access to clean safe water। ਕਿੰਨੇ ਹੀ 100 ਲੱਖ ਲੋਕ ਸਾਫ਼ ਅਤੇ ਸੁਰੱਖਿਅਤ ਪਾਣੀ ਪ੍ਰਾਪਤ ਕਰਨ ਦੀ ਅਣਹੋਂਦ ਵਿੱਚ ਹਨ। Women and girls especially bear the burden of walking miles at a time to gather water from streams and ponds full of waterborne disease that are making them and their families sick। ਔਰਤਾਂ ਅਤੇ ਲੜਕੀਆਂ ਖਾਸ ਕਰਕੇ ਇਹ ਬੋਝਾ ਚੁੱਕ ਰਹੀਆਂ ਹਨ ਕਿ ਉਹਨਾਂ ਨੂੰ ਆਪਣੇ ਘਰ ਤੋਂ ਕਿੰਨੇ ਹੀ ਮਾਈਲਜ਼ ਦੂਰ ਜਾ ਕੇ ਨਦੀਆਂ ਅਤੇ ਤਲਾਬਾਂ ਦੇ ਵਿੱਚੋਂ, ਜਿਨ੍ਹਾਂ ਦੇ ਪਾਣੀਆਂ ਵਿੱਚ ਕਈ ਸਾਰੇ ਬਿਮਾਰੀਆਂ ਦੇ ਕਣ ਮੌਜੂਦ ਹਨ, ਜਿਨ੍ਹਾਂ ਨਾਲ ਉਹ ਅਤੇ ਉਹਨਾਂ ਦੇ ਪਰਿਵਾਰ ਬਿਮਾਰ ਹੁੰਦੇ ਹਨ। What each of us does in the world। ਅਸੀਂ ਸਾਰੇ ਜੋ ਇਸ ਸੰਸਾਰ ਵਿੱਚ ਕਰਦੇ ਹਾਂ, how we live, ਕਿਸ ਤਰ੍ਹਾਂ ਰਹਿੰਦੇ ਹਾਂ, does make a difference। ਇਹਨਾਂ ਚੀਜ਼ਾਂ ਕਰਕੇ ਹੀ ਇਸ ਧਰਤੀ ਤੇ ਫਰਕ ਪੈਂਦਾ ਹੈ। We should learn the value of clean safe water। ਸਾਨੂੰ ਸਾਫ਼ ਅਤੇ ਸੁਰੱਖਿਅਤ ਪਾਣੀ ਦੀ ਕੀਮਤ ਬਾਰੇ ਸਮਝਣਾ ਚਾਹੀਦਾ ਹੈ। We should take steps to protect it। ਸਾਨੂੰ ਇਸ ਦੀ ਸਾਂਭ ਸੰਭਾਲ ਦੇ ਕਦਮ ਚੁੱਕਣੇ ਚਾਹੀਦੇ ਹਨ and to get it to the people who lack access to it today। ਅਤੇ ਇਸ ਪਾਣੀ ਨੂੰ ਉਹਨਾਂ ਲੋਕਾਂ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਨ੍ਹਾਂ ਦੀ ਪਹੁੰਚ ਵਿੱਚ ਅੱਜ ਇਹ ਪਾਣੀ ਨਹੀਂ ਹੈ। written by Dr. D.V. ਜਿੰਦਲ। ਸੋ ਉਮੀਦ ਹੈ ਤੁਹਾਨੂੰ ਇਹ ਲੈਸਨ ਬਹੁਤ ਹੀ ਅੱਛਾ ਲੱਗਿਆ ਹੋਵੇਗਾ, ਐਜੂਕੇਟਿਵ ਲੱਗਿਆ ਹੋਵੇਗਾ ਤੇ ਅਸੀਂ ਵੀ ਸਾਰੇ ਅੱਗੋਂ ਪ੍ਰਣ ਕਰਾਂਗੇ ਕਿ ਜਿੱਥੇ ਵੀ ਹੋ ਸਕੇ ਅਸੀਂ ਆਪਣੇ ਲੈਵਲ ਤੇ ਪਾਣੀ ਦੀ ਸਾਂਭ ਸੰਭਾਲ ਕਰਾਂਗੇ। ਅਸੀਂ ਇਸ ਨੂੰ ਇਸ ਤਰ੍ਹਾਂ ਹੀ ਵਰਤਾਂਗੇ ਕਿ ਯੈਸ ਅੱਜ ਇਸ ਦਾ ਆਖਰੀ ਦਿਨ ਹੈ, ਕੱਲ੍ਹ ਇਹ ਸਾਨੂੰ ਨਹੀਂ ਮਿਲਣਾ ਤੇ ਮੈਂ ਇਸ ਨੂੰ ਥੋੜਾ ਥੋੜਾ ਕਰਕੇ ਵਰਤਣਾ ਹੈ, ਭਾਵ ਇਸ ਨੂੰ ਇਸ ਤਰ੍ਹਾਂ ਵਰਤਣਾ ਹੈ ਕਿ ਮੈਂ ਇਸ ਨੂੰ ਬਹੁਤ ਮਹਿੰਗਾ ਖਰੀਦਿਆ ਹੋਇਆ ਹੈ। ਥੈਂਕ ਯੂ ਸੋ ਮਚ। ਤੋਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ।